ਪਰ ਇਹ ਤਾਂ ਕਦੀ ਮੈਂ ਸੋਚ ਵੀ ਨਹੀਂ ਸਕਦਾ ਸੀਗਾ ਵੀ ਜੇ ਇਸ ਏਅਰਪੋਰਟ ਦੀ ਬਿਹਤਰੀ ਲਈ ਨੇ ਕੰਮ ਕੀਤੇ ਹੋਣ ਅਤੇ ਉੱਥੇ ਹੀ ਜਿੱਦਾਂ ਜੇ ਕਹਿ ਲਓ ਵੀ 2.5 ਘੰਟੇ ਉੱਥੇ ਬੈਠ ਕੇ ਖੱਜਲ ਖੁਆਰ ਹੋਣਾ ਤਾਂ ਇਹੋ ਜਿਹੀ ਪੁੱਛਤਾਛ ਹੋਊਗੀ। ਤਾਂ ਇਹ ਕੁਝ ਜਿਹੜੇ ਨਫ਼ਰਤ ਭਰੇ ਜਿਹੜੇ ਵਿਅਕਤੀ ਸੀ ਉਹਨਾਂ ਨੇ ਪਿਛਲੀ ਦਫਾ ਵੀ ਇੱਥੇ ਆਪਣੇ ਬਿਆਨ ਦਿੱਤੇ ਵੀ ਇਹ ਵਿਅਕਤੀ ਆ, ਇਹਨੇ ਕਿਸਾਨ ਮੋਰਚੇ ਵੇਲੇ ਇੱਦਾਂ ਕਿਹਾ ਸੀ, ਇਹ ਐਂਟੀ ਨੈਸ਼ਨਲ ਆ। ਇਹਨੇ ਕਈ ਸਾਲਾਂ ਤੋਂ ਕੋਈ ਇੰਡੀਆ ਦੀ ਸਟੇਟ ਇੱਕ ਸ਼ਾਇਦ ਕੋਈ ਹੋਵੇ ਜਿੱਥੇ ਮੈਂ ਨਹੀਂ ਗਿਆ, ਤਕਰੀਬਨ ਸਾਰੇ ਪਾਸੇ ਘੁੰਮਣ ਫਿਰਨ ਦਾ ਬਹੁਤ ਮੌਕਾ ਮਿਲਿਆ ਆ। ਅਤੇ ਉਹ ਜੇ ਇਹੋ ਜਿਹੇ ਵਿਅਕਤੀ ਨਾਲ ਇੱਦਾਂ ਹੋ ਸਕਦਾ ਆ ਅਤੇ ਅਸੀਂ ਕਿਹੜੇ ਬਾਗ ਦੀ ਮੂਲੀਆਂ ਪਏ, ਤਾਂ ਕਿਸੇ ਨਾਲ ਵੀ ਇੱਦਾਂ ਹੋ ਸਕਦਾ। ਇਹ ਵਧੀਕੀ ਨਹੀਂ ਹੋਣੀ ਚਾਹੀਦੀ। ਉਹ ਕੀਮਤ ਅਦਾ ਕਰਨੀ ਪਈ ਜਿਹੜੇ ਮਨੁੱਖੀ ਅਧਿਕਾਰਾਂ ਦੇ ਲਈ, ਜੋ ਕਿਸਾਨਾਂ ਲਈ ਜਿਹੜੀ ਉਹ ਗੱਲਬਾਤ ਵੀ ਮੈਂ ਕੀਤੀ ਸੀਗੀ। ਉਹ ਜੋ ਕਾਰਵਾਈ ਕਰਨਾ ਚਾਹੁੰਦੇ ਉਹ ਤੋਂ ਬਿਲਕੁਲ ਉਲਟ ਹੋਇਆ ਵੀ ਜੇ ਇਸ ਤਰੀਕੇ ਨਾਲ ਉਹ ਐਂਟੀ ਨੈਸ਼ਨਲ, ਸਾਡੇ ਵਰਗੇ ਨਹੀਂ, ਐਂਟੀ ਨੈਸ਼ਨਲ ਤਾਂ ਉਹ ਖੁਦ ਆਪ ਆ, ਕਿਉਂਕਿ ਉਹ ਦੇਸ਼ ਦਾ ਅਕਸ ਖਰਾਬ ਕਰ ਰਹੇ ਨੇ। ਜੋ ਸ਼ਹੀਦਾਂ ਦੇ ਸਰਤਾਜ ਜੇ ਉਹ ਆਪਣੀ ਜਾਨ ਤੱਕ ਦੇ ਸਕਦੇ ਨੇ ਹੋਰ ਲੋਕਾਂ ਦੇ ਹੱਕਾਂ ਲਈ ਖੜ੍ਹਨ ਲਈ, ਤਾਂ ਇਹ ਲਾਹਨਤ ਆ ਸਾਡੇ 'ਤੇ ਜੇ ਅਸੀਂ ਆਵਾਜ਼ ਵੀ ਨਹੀਂ ਬੁਲੰਦ ਕਰ ਸਕਦੇ। ਇਹ ਕੂੜ ਪ੍ਰਚਾਰ ਜਿਹੜੇ ਕਰਦੇ ਆ ਜੀ ਐਂਟੀ ਨੈਸ਼ਨਲ ਆ, ਕੋਈ ਕਿਸਾਨਾਂ ਦੇ ਬਾਰੇ ਅੱਧਾ ਇੰਡੀਆ ਕਿਸਾਨਾਂ ਦੇ ਨਾਲ ਗੱਲ ਕਰ ਰਿਹਾ ਸੀ, ਇਹ ਸਾਰੇ ਇੰਡੀਆ ਐਂਟੀ ਨੈਸ਼ਨਲ ਹੋ ਗਏ। ਜਦੋਂ ਉੱਥੇ ਬੰਗਲਾਦੇਸ਼ ਦੇ ਵਿੱਚ ਹਿੰਦੂ ਭਾਈਚਾਰੇ ਦੇ ਜਿਹੜੇ ਉੱਥੇ ਖਿਲਾਫ ਜਦੋਂ ਉੱਥੇ ਹਮਲਾ ਹੋਇਆ, ਸਾਡੇ ਵਰਗੇ ਸੀਗੇ ਉੱਥੇ ਜਿਹੜੇ ਉਹਨਾਂ ਨੂੰ ਕਿਹਾ ਆਹ ਗਲਤ ਕੰਮ ਹੋ ਰਿਹਾ ਆ, ਉੱਥੇ ਕਿਸੇ ਦੇ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਤੇ ਕੱਲ ਦਾ ਇੱਕ ਮਸਲਾ ਬਹੁਤ ਜ਼ਿਆਦਾ ਭਖਿਆ ਹੋਇਆ ਹੈ ਜਦੋਂ ਯੂਕੇ ਦੇ ਸਾਂਸਦ ਯਾਨੀ ਕਿ MP ਤਨਮਨਜੀਤ ਸਿੰਘ ਢੇਸੀ ਨੂੰ ਏਅਰਪੋਰਟ ਦੇ ਰੋਕ ਕੇ 2 ਘੰਟੇ ਤੱਕ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ। ਇਸੇ ਨੂੰ ਲੈ ਕੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਵੀ ਇਸ ਦੀ ਕੜੀ ਨਿੰਦਾ ਕੀਤੀ ਕਿ ਉਹਨਾਂ ਨੂੰ ਆਪਣੇ ਘਰ ਆਉਣ ਦੇ ਵੇਲੇ ਅਜਿਹੀ ਪੁੱਛਗਿੱਛ ਕਿਉਂ ਕੀਤੀ ਗਈ। ਇਸ ਵੇਲੇ ਸਾਡੇ ਨਾਲ ਢੇਸੀ ਸਾਹਿਬ ਮੌਜੂਦ ਨੇ। ਸੋ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਰਜਿੰਦਰ ਕੌਰ ਜੀ, ਬਹੁਤ ਖੁਸ਼ੀ ਹੋਈ ਇੱਕ ਦਫਾ ਫਿਰ ਇੱਥੇ ਦੈਨਿਕ ਸਵੇਰਾ ਤੁਹਾਡੇ ਅਦਾਰੇ ਦੇ ਨਾਲ ਮੁਲਾਕਾਤ ਹੋਈ। ਜਦੋਂ ਮੈਂ ਪਿਛਲੇ ਸਾਲ ਵੀ ਆਇਆ ਸੀਗਾ ਉਦੋਂ ਵੀ ਉੱਥੇ ਸੀਤਲ ਵਿਜ ਜੀ ਅਤੇ ਅਭਿਸ਼ੇਕ ਜੀ ਅਤੇ ਤਮਾਮ ਜਿਹੜੇ ਅਦਾਰੇ ਦੇ ਨਾਲ ਮੈਨੂੰ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਸੀਗਾ। ਅਤੇ ਇੱਕ ਦਫਾ ਫਿਰ ਚਲੋ ਅੱਜ ਆਪਾਂ ਗੱਲ ਤਾਂ ਕੁਛ ਹੋਰ ਕਰ ਰਹੇ ਹਾਂ, ਪਰ ਬਹੁਤ ਖੁਸ਼ੀ ਹੋਈ। ਮਸਲਾ ਅੱਜ ਕੋਈ ਹੋਰ ਹੈ, ਤੁਹਾਨੂੰ ਵੋਕਲ ਆਫ ਮਾਈਨੋਰਿਟੀਜ਼ ਵੀ ਕਿਹਾ ਜਾਂਦਾ ਹੈ। ਯੂਕੇ ਦੀ ਸੰਸਦ 'ਚ ਤੁਸੀਂ ਇੰਨਾ ਜ਼ਿਆਦਾ ਮਤਲਬ ਇਸ ਲਈ ਸਿੱਖ ਮੁੱਦਿਆਂ ਦੇ ਉੱਤੇ ਆਵਾਜ਼ ਉਠਾਉਂਦੇ ਹੋ, ਪਰ ਆਪਣੇ ਜਦੋਂ ਘਰ ਆਉਣ ਲੱਗੇ ਤਾਂ ਅਜਿਹਾ ਸਲੂਕ ਕੀਤਾ ਗਿਆ। ਦੇਖੋ ਰਜਿੰਦਰ ਕੌਰ ਜੀ, ਮੈਂ ਜਿਵੇਂ ਤੁਸੀਂ ਜ਼ਿਕਰ ਕੀਤਾ, ਚਾਹੇ ਮੇਰਾ ਜਨਮ ਉੱਥੇ ਸਲੋ ਯੂਕੇ ਦਾ ਹੈ, ਜਿਸ ਸ਼ਹਿਰ ਦੀ ਮੈਂ ਹੁਣ ਨੁਮਾਇੰਦਗੀ ਕਰਦਾ ਹਾਂ, ਪਰ ਮੈਂ 4-5 ਸਾਲ ਉੱਥੇ ਪੰਜਾਬ ਵੀ ਪੜ੍ਹ ਚੁੱਕਿਆ ਹਾਂ। ਅਤੇ ਇਸ ਦੇ ਨਾਲ ਜੋ ਹਰ ਸਾਲ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਇੱਥੇ ਪੰਜਾਬ, ਇੱਥੇ ਇੰਡੀਆ 'ਚ ਆ ਕੇ ਅਤੇ ਇੱਥੇ ਦੀ ਮਿੱਟੀ ਦੇ ਨਾਲ ਜੁੜਨਾ, ਇੱਥੇ ਦੇ ਲੋਕਾਂ ਦੇ ਨਾਲ, ਕਿਉਂਕਿ ਸਾਡਾ ਪਿਛੋਕੜ ਹੀ ਇੱਥੇ ਦਾ ਹੈਗਾ। ਸੋ ਕੋਸ਼ਿਸ਼ ਇਹੀ ਹੁੰਦੀ ਆ। ਤਾਂ ਉਸੇ ਕੜੀ ਨੂੰ ਮੁੱਖ ਰੱਖਦੇ ਹੋਏ ਬੱਚਿਆਂ ਨੂੰ ਵੀ ਮੈਂ ਇੱਥੇ 2-4 ਸਾਲ ਪੜ੍ਹਨ ਨੂੰ ਪਾਇਆ ਸੀਗਾ। ਸੋ ਇਹ ਹਰ ਸਮੇਂ ਆਈਦਾ, ਪਰ ਇਹ ਪਹਿਲੀ ਦਫਾ ਹੈ ਕਿ ਇਹੋ ਜਿਹੀ ਕੋਈ ਸਮੱਸਿਆ ਖੜੀ ਹੋਈ ਹੋਵੇ। ਇਹ ਹੋਇਆ ਇਵੇਂ ਕਿ ਜਦੋਂ ਮੈਂ ਉੱਥੇ ਯੂਕੇ ਤੋਂ ਚੱਲਿਆ, ਉੱਥੇ ਲੰਡਨ ਤੋਂ ਸਿੱਧੀ ਉਡਾਨ ਸੀ, ਏਅਰ ਇੰਡੀਆ ਦੀ ਉਡਾਨ। ਅਤੇ ਉਹ ਉੱਥੇ ਉਹਨਾਂ ਨੇ ਬਕਾਇਦਾ ਪਾਸਪੋਰਟ, ਵੀਜ਼ਾ ਜਿਹੜਾ ਸੀ OCI ਕਾਰਡ ਉਹ ਚੈੱਕ ਕੀਤਾ, ਟਿਕਟ ਚੈੱਕ ਕੀਤੀ, ਅਤੇ ਫਿਰ ਮੈਂ ਆ ਗਿਆ ਇੱਥੇ ਅੰਮ੍ਰਿਤਸਰ ਆਉਣ 'ਤੇ ਜਦੋਂ ਦੇਖਿਆ ਗਿਆ, ਉਹਨਾਂ ਨੇ ਸਭ ਤੋਂ ਪਹਿਲਾਂ ਤਾਂ ਪਾਸਪੋਰਟ ਚੈੱਕ ਕੀਤਾ। ਉਹ ਕਹਿੰਦੇ ਠੀਕ ਹੈ ਜੀ। ਉਹ ਵੀਜ਼ਾ ਦੇਖਣ ਲੱਗ ਪਏ, OCI ਕਾਰਡ ਦੇਖਿਆ। ਜਦੋਂ ਉਹਨਾਂ ਨੇ OCI ਕਾਰਡ ਸਕੈਨ ਕੀਤਾ, ਉਹ ਕਹਿੰਦੇ ਇੱਥੇ ਕੁਛ ਨਾ ਕੁਛ ਦਿੱਕਤ ਆ, ਤੁਸੀਂ ਇੱਦਾਂ ਕਰੋ, ਤੁਸੀਂ 10 ਕੁ ਮਿੰਟ ਉੱਥੇ ਇੱਕ ਪਾਸੇ ਬੈਠ ਜਾਓ। ਮੈਂ ਕਿਹਾ ਠੀਕ ਹੈ ਜੀ। 10 ਮਿੰਟ ਹੋ ਗਏ, 15 ਮਿੰਟ ਹੋ ਗਏ। ਫਿਰ ਮੈਂ ਉਹਨਾਂ ਕੋਲ ਫਿਰ ਗਿਆ। ਮੈਂ ਕਿਹਾ ਦੇਖੋ ਪਰੇਸ਼ਾਨੀ ਕੀ ਆ ਵੀ ਇਹ ਮੈਨੂੰ ਤਾਂ ਸਮਝ ਨਹੀਂ ਆਉਂਦੀ ਪਈ। ਤਾਂ ਪਹਿਲੀ ਵਾਰੀ ਮੈਨੂੰ ਤੁਸੀਂ ਇੱਕ ਪਾਸੇ ਬਿਠਾਇਆ ਕਿ ਬਾਕੀ ਜਿਹੜੇ ਮੁਸਾਫਿਰ ਆ, ਬਾਕੀ ਯਾਤਰੀ, ਉਹ ਸਭ ਜਾ ਰਹੇ ਨੇ। ਉਹ ਕਹਿੰਦੇ ਦੇਖੋ ਜੀ ਇੱਥੇ ਲੱਗਦਾ ਆ ਵੀ ਜਿਹੜਾ ਤੁਹਾਡਾ OCI ਆ ਉਹ ਸ਼ਾਇਦ ਸਸਪੈਂਡ ਆ, ਸਾਨੂੰ ਇਹਦੀ ਕਲੀਅਰੈਂਸ ਲੈਣੀ ਪੈਣੀ ਹੈ। ਅਸੀਂ ਉੱਧਰ ਕੀਤੀ ਆ, ਦਿੱਲੀ ਤੱਕ ਪਹੁੰਚ ਪਿਓ, ਸਾਨੂੰ ਹੁਣ ਜਦੋਂ ਕਲੀਅਰੈਂਸ ਮਿਲੂਗੀ ਅਸੀਂ ਫਿਰ ਇਸ ਮਸਲੇ ਨੂੰ ਹੱਲ ਕਰ ਪਾਉਂਗੇ। ਮੈਂ ਉਦੋਂ ਹੀ ਆਪਣੇ ਪਿਤਾ ਜੀ ਸਰਦਾਰ ਜਸਪਾਲ ਸਿੰਘ ਢੇਸੀ ਉਹਨਾਂ ਨੂੰ ਇੱਥੇ ਫੋਨ ਕੀਤਾ। ਉਹ ਵੀ ਕੁਦਰਤੀ ਇੱਥੇ ਹੀ ਆ ਇਸ ਸਮੇਂ। ਸਾਡੇ ਚਾਚਾ ਜੀ ਆ ਸਰਦਾਰ ਪਰਮਜੀਤ ਸਿੰਘ ਰਾਏਪੁਰ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦਮਪੁਰ ਤੋਂ ਮੈਂਬਰ ਵੀ ਨੇ। ਮੈਂ ਉਹਨਾਂ ਨੂੰ ਫੋਨ ਕੀਤਾ ਕਿਉਂਕਿ ਮੈਨੂੰ ਪਤਾ ਸੀਗਾ ਕਿ ਉਹ ਹਵਾਈ ਅੱਡੇ ਦੇ ਬਾਹਰ ਹੀ ਉੱਥੇ ਖੜ੍ਹੇ ਮੇਰੀ ਉਡੀਕ ਕਰਦੇ ਹੋਣਗੇ। ਮੈਂ ਕਿਹਾ ਵੀ ਇੱਥੇ ਤਾਂ ਸਮੱਸਿਆ ਹੀ ਹੋ ਰਹੀ ਕੋਈ ਆ, ਮੈਨੂੰ ਇੱਥੇ ਇੱਕ ਪਾਸੇ ਬਿਠਾਇਆ। ਫਿਰ ਚਲੋ ਉਹਨਾਂ ਨੂੰ ਵੀ ਪਰੇਸ਼ਾਨੀ ਹੋ ਗਈ, ਸਾਰੇ ਪਰਿਵਾਰ ਨੂੰ ਵੀ। ਉਹਨਾਂ ਨੇ ਵੀ ਇੱਧਰ ਉੱਧਰ ਫੋਨ ਕੀਤੇ, ਪੰਜਾਬ, ਦਿੱਲੀ, ਹੋਰ ਪਾਸੇ ਸਾਰਿਆਂ ਨੇ ਫੋਨ ਕੀਤੇ। ਪਰ ਮੈਨੂੰ ਉੱਥੇ ਤਕਰੀਬਨ 2.5 ਘੰਟਿਆਂ ਬਾਅਦ ਫਿਰ ਜਿਹੜੇ ਅਧਿਕਾਰੀ ਸੀ ਉਹਨਾਂ ਨੇ ਆ ਕੇ ਫਿਰ ਇਹ ਆਖਿਆ ਕਿ
ਸਭ ਹੁਣ ਮਸਲਾ ਠੀਕ ਹੋ ਗਿਆ ਹੈ ਜੀ, ਕਲੀਅਰੈਂਸ ਮਿਲ ਗਈ ਹੈ ਸਾਨੂੰ ਦਿੱਲੀ ਤੋਂ, ਤਾਂ ਹੁਣ ਤੁਸੀਂ ਜਾ ਸਕਦੇ ਹੋ। ਸੋ ਮੈਂ ਤਾਂ ਉਹ ਜਦੋਂ ਪੁੱਛਗਿੱਛ ਵੀ ਕਰ ਰਹੇ ਸੀਗੇ ਵੀ ਤੁਹਾਡਾ ਜਿਹੜਾ ਪਾਸਪੋਰਟ ਆ ਤੁਸੀਂ ਇੱਥੇ ਇੰਡੀਆ ਪਿਛਲੀ ਦਫਾ ਕਦੋਂ ਆਏ ਸੀਗੇ, ਮੈਂ ਕਿਹਾ ਵੀ ਦੇਖੋ ਮੈਂ ਤਾਂ ਇੱਥੇ ਬਹੁਤ ਵਾਰੀ ਆਉਂਦਾ, ਮੈਂ ਤਾਂ ਇੱਥੇ 4-5 ਸਾਲ ਇੱਥੇ ਪੜ੍ਹ ਲਿਖ ਕੇ ਵੀ ਗਿਆ ਆ। ਅਤੇ ਉਹ ਕਹਿੰਦੇ ਤੁਸੀਂ ਮੈਂਬਰ ਆਫ ਪਾਰਲੀਮੈਂਟ ਕਿੰਨਾ ਚਿਰ ਹੋ ਚੁੱਕੇ ਆ, ਮੈਂ ਕਿਹਾ ਮੈਨੂੰ 6 ਸਾਲ ਤੋਂ ਵੱਧ ਹੋ ਗਿਆ ਹੁਣ ਮੈਂਬਰ ਆਫ ਪਾਰਲੀਮੈਂਟ ਵਜੋਂ ਵੀ ਸੇਵਾ ਨਿਭਾਉਂਦੇ ਹੋਏ, ਅਤੇ ਸ਼ੈਡੋ ਟਰਾਂਸਪੋਰਟ ਮੰਤਰੀ ਵਜੋਂ ਵੀ ਸੇਵਾ ਨਿਭਾਉਂਦੇ ਹੋਏ। ਸੋ ਇਹੋ ਜਿਹੀ ਤਾਂ ਮੈਨੂੰ ਕਦੀ ਦਿੱਕਤ ਨਹੀਂ ਹੋਈ। ਤਾਂ ਜਿਹੜੇ ਇਹ ਤਾਂ ਦੇਖੋ ਰਜਿੰਦਰ ਕੌਰ ਜੀ, ਜਿਹੜੇ ਏਅਰਪੋਰਟ 'ਚ ਅਸੀਂ ਉਸ ਹਵਾਈ ਅੱਡੇ 'ਚ ਬੈਠੇ ਸੀ ਅੰਮ੍ਰਿਤਸਰ, ਜਿੱਥੇ ਮੈਨੂੰ ਇਹ ਤਾਂ ਇੱਦਾਂ ਲੱਗਦਾ ਸੀ ਵੀ ਇਹ ਆਪਣੱਤ ਹੁੰਦੀ ਆ, ਗੁਰੂ ਕੀ ਨਗਰੀ 'ਚ ਆਪਾਂ ਆਏ ਹਾਂ। ਅਤੇ ਉਸ ਹਵਾਈ ਅੱਡੇ ਦੀ ਬਿਹਤਰੀ ਦੇ ਲਈ ਜਿੰਨੇ ਕਾਰਜ ਮੈਂ ਬਾਹਰੋਂ ਕੀਤੇ ਹੋਣੇ ਸ਼ਾਇਦ ਹੀ ਕੋਈ NRI ਨੇ ਕੀਤੇ ਹੋਣ, ਕਿ ਇੰਨੇ ਸਾਲਾਂ 'ਚ ਉੱਥੇ ਨੱਕ-ਚ-ਦਮ ਕੀਤਾ ਪਿਆ ਸੀਗਾ ਲੋਕਾਂ ਦੇ ਵੀ ਸਾਨੂੰ ਵੱਧ ਤੋਂ ਵੱਧ ਸਿੱਧੀਆਂ ਉਡਾਨਾਂ ਚਾਹੀਦੀਆਂ ਆ। ਅਸੀਂ ਜਿਹੜੇ ਉੱਧਰ ਅਲੱਗ-ਅਲੱਗ ਜਿਹੜੇ UK ਦੇ ਵਿੱਚ ਵੀ ਏਅਰਲਾਈਨ ਸੀ ਉਹਨਾਂ ਦੇ ਨਾਲ ਵੀ ਮੁਲਾਕਾਤਾਂ ਕੀਤੀਆਂ, ਇੱਥੇ ਵੀ ਏਅਰ ਇੰਡੀਆ ਦੇ ਨਾਲ ਆ ਕੇ ਮੁਲਾਕਾਤਾਂ ਕੀਤੀਆਂ, ਉੱਥੇ ਵੀ ਉਹਨਾਂ ਦੇ ਦਫ਼ਤਰ ਦੇ ਨਾਲ। ਇੱਥੇ ਜਦੋਂ ਮੈਂ 2017 ਤੋਂ ਪਹਿਲੀ ਦਫਾ ਬਤੌਰ ਮੈਂਬਰ ਆਫ ਪਾਰਲੀਮੈਂਟ ਵਜੋਂ ਚੁਣ ਹੋ ਕੇ ਆਇਆ ਸੀ, ਇੱਥੇ ਦਿੱਲੀ ਦੇ ਵਿੱਚ ਵੀ ਅਸੀਂ ਜਿਹੜੇ ਹਵਾਬਾਜ਼ੀ ਮੰਤਰੀ ਆ, ਉਦੋਂ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਜੀ ਹੁੰਦੇ ਸੀ, ਉਹਨਾਂ ਨੂੰ ਮਿਲਿਆ, ਅਰੁਣ ਜੇਤਲੀ ਜੀ ਨੂੰ ਮਿਲਿਆ, ਕਿਉਂਕਿ ਉਹ ਵੀ ਅੰਮ੍ਰਿਤਸਰ ਦੇ ਨਾਲ ਤਾਲੁਕ ਰੱਖਦੇ ਸੀ। ਉਹਨਾਂ ਸਾਰਿਆਂ ਨੂੰ ਬੇਨਤੀਆਂ ਕੀਤੀਆਂ ਵੀ ਆਪਾਂ ਜਲਦ ਤੋਂ ਜਲਦ ਇਹ ਉਡਾਨਾਂ ਸਿੱਧੀਆਂ ਜਿਹੜੀਆਂ ਸ਼ੁਰੂਆਤ ਇਹਨਾਂ ਦੀ ਕੀਤੀ ਜਾਵੇ। ਕਿਉਂਕਿ ਦੇਖੋ ਅਸੀਂ ਉੱਥੇ ਬਾਹਰ ਵਸਦੇ ਜਿਹੜੇ NRIs ਹੁੰਦੇ ਆ, ਅਸੀਂ ਇੰਡੀਆ ਦੀ, ਅਸੀਂ ਪੰਜਾਬ ਦੀ, ਅਸੀਂ ਪੰਜਾਬੀਆਂ ਦੀ, ਇਹ ਤਰੱਕੀ ਤੁਹਾਡੀ ਲੋਚਦੇ ਹਾਂ ਵੀ ਇੱਥੇ ਤਰੱਕੀ ਦੇ ਰਸਤੇ ਵੱਲ ਤੁਸੀਂ ਜਾਓ, ਤਾਂ ਸਾਡੇ ਨਾਲ ਵੀ ਵਧੀਆ ਸੰਬੰਧ, ਨਿੱਘੇ ਸੰਬੰਧ ਹੋਣ, ਅਸੀਂ ਵੀ ਇੱਥੇ ਆਈ ਜਾਈਏ, ਇੱਥੇ ਵਪਾਰ, ਇੱਥੇ ਜਿਹੜੇ ਆਪਣੀ ਅਲੱਗ-ਅਲੱਗ ਜਿਹੜੀਆਂ ਨੀਤੀਆਂ ਵਧੀਆ ਹੋਣ ਤਾਂ ਕਿ ਆਪਾਂ ਹੋਰ ਜੁੜੀਏ। ਪਰ ਇਹ ਤਾਂ ਕਦੀ ਮੈਂ ਸੋਚ ਵੀ ਨਹੀਂ ਸਕਦਾ ਸੀਗਾ ਵੀ ਜੇ ਇਸ ਏਅਰਪੋਰਟ ਦੀ ਬਿਹਤਰੀ ਲਈ ਨੇ ਕੰਮ ਕੀਤੇ ਹੋਣ, ਅਤੇ ਉੱਥੇ ਹੀ ਜਿੱਦਾਂ ਜੇ ਕਹਿ ਲਓ ਵੀ 2.5 ਘੰਟੇ ਉੱਥੇ ਬੈਠ ਕੇ ਖੱਜਲ ਖੁਆਰ ਹੋਣਾ, ਤਾਂ ਇਹੋ ਜਿਹੀ ਪੁੱਛਤਾਛ ਹੋਊਗੀ, ਤਾਂ ਇਹ ਕਦੀ ਇਹੋ ਜਿਹੀ ਕਲਪਨਾ ਵੀ ਨਹੀਂ ਹੁੰਦੀ। ਪਰ ਚਲੋ ਇਹ ਵੀ ਹੋਇਆ, ਉਹ ਤਾਂ ਮੈਨੂੰ ਬਾਅਦ ਵਿੱਚ ਪਤਾ ਲੱਗਾ ਵੀ ਜਦੋਂ ਮੈਂ ਏਅਰਪੋਰਟ ਦੇ ਵਿੱਚ ਸੀ, ਉਹ ਵੀ ਜਦੋਂ ਕਹਿੰਦਾ ਵੀ ਅੱਗ ਵਾਂਗ ਜਿੱਦਾਂ ਖਬਰ ਫੈਲ ਜਾਂਦੀ ਹੈ, ਕਿਉਂਕਿ ਕਈ ਜਿਹੜੇ ਮੁਸਾਫਿਰ ਵੀ ਸੀਗੇ, ਉਹ ਇੱਦਾਂ ਹੋਇਆ ਵੀ ਕੁਦਰਤੀ ਸਾਡਾ ਤਾਂ ਲੰਡਨ ਤੋਂ ਜਿਹੜਾ ਹਵਾਈ ਜਹਾਜ਼ ਸੀ ਉਹ ਜ਼ਿਆਦਾਤਰ ਪੰਜਾਬੀਆਂ ਦੇ ਨਾਲ ਭਰਿਆ ਸੀਗਾ। ਸੋ ਉਹ ਵੀ ਆਪਣੇ ਇਸ ਚੀਜ਼ ਬੰਦੇ ਨੂੰ ਜਾਣਦੇ ਸੀਗੇ, ਉਹ ਸਾਰਿਆਂ ਨੂੰ ਚਲੋ ਵਧੀਆ ਤਰੀਕੇ ਨਾਲ ਆਪਾਂ ਸਤਿ ਸ਼੍ਰੀ ਅਕਾਲ ਹੁੰਦੀ ਆ, ਹਾਂਜੀ ਕਿੱਦਾਂ ਤੁਸੀਂ ਕਿੱਦਾਂ, ਠੀਕ ਆ ਜੀ। ਉਸ ਤੋਂ ਬਾਅਦ ਇੱਕ ਬਰਮਿੰਘਮ ਤੋਂ ਵੀ ਉਡਾਨ ਆਈ ਹੋਈ ਸੀਗੀ, ਉਹ ਵੀ ਭਰੀ ਹੋਈ ਆਈ। ਉਹਨਾਂ ਲੋਕਾਂ ਨੇ ਵੀ ਉਹ ਜਦੋਂ ਇੱਕ ਪਾਸੇ ਜਦੋਂ ਮੈਨੂੰ ਉਹਨਾਂ ਨੇ ਦੇਖਿਆ, ਉਹ ਸੋਚਿਆ ਵੀ ਇਹ ਕੀ ਕੁਛ ਠੀਕ ਆ, ਕੁਛ ਗਲਤ ਨਹੀਂ ਹੋ ਰਿਹਾ, ਠੀਕ ਆ, ਕੁਛ ਪਰੇਸ਼ਾਨੀ ਤਾਂ ਨਹੀਂ। ਮੈਂ ਕਿਹਾ ਸਭ ਠੀਕ ਠਾਕ ਆ। ਪਰ ਉੱਥੋਂ ਵੀ ਖਬਰ ਫੈਲ ਗਈ, ਤਾਂ ਲੋਕਾਂ 'ਚ ਜਦੋਂ ਇਹ ਹੌਲੀ ਹੌਲੀ ਇਹ ਖਬਰ ਫੈਲੀ, ਤਾਂ ਮੈਂ ਦੇਖਿਆ ਵੀ ਸ਼ਾਮ ਤੱਕ ਕਈ ਅਖਬਾਰਾਂ 'ਚ ਕੋਈ ਗਲਤ ਜੋ ਖਬਰਾਂ ਵੀ ਆ ਗਈਆਂ ਸੀ। ਕੋਈ ਕਹਿੰਦਾ ਲੈ ਲਓ ਜੀ ਇਹ MP ਦੀ ਗਲਤੀ ਸੀ ਕਰਕੇ ਉਹਦੇ ਕੋਲ ਪੂਰੇ ਦਸਤਾਵੇਜ਼ ਨਹੀਂ ਉਹ ਲੈ ਕੇ ਗਿਆ ਸੀ, ਕੋਈ ਕਹਿੰਦਾ ਬਰਮਿੰਘਮ ਤੋਂ ਉਡਾਨ ਸੀ, ਕੋਈ ਕਹਿੰਦਾ ਕੁਛ ਸੀ, ਕੋਈ ਕੁਛ। ਫਿਰ ਮੈਂ ਤਦੀ ਰਾਤ ਨੂੰ ਮੈਂ ਉੱਥੇ ਸਪਸ਼ਟੀਕਰਨ ਆਪਣਾ ਜਿਹੜਾ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ, ਜਿਹੜੇ ਆਪਣੇ TNTAC ਟਵਿੱਟਰ ਹੈਂਡਲ, ਜਿਹੜੇ ਸੋਸ਼ਲ ਮੀਡੀਆ ਦੇ ਜਿਹੜੇ ਪ੍ਰੋਫਾਈਲਸ ਨੇ, ਉਹਨਾਂ 'ਤੇ ਆਪਣਾ ਸਪਸ਼ਟੀਕਰਨ ਪੇਸ਼ ਕੀਤਾ ਵੀ ਆਹ ਹੋਇਆ, ਵੀ ਤੁਸੀਂ ਗਲਤ ਖਬਰਾਂ ਜਾਂ ਅਫਵਾਹਾਂ ਦੇ ਵਿੱਚ ਨਾ ਆਇਓ, ਮਸਲਾ ਇਸ ਤਰੀਕੇ ਨਾਲ ਨਜਿੱਠ ਹੋਇਆ। ਪਰ ਇਹ ਪਿਛਲੇ ਸਾਲ ਜਦੋਂ ਮੈਂ ਇੱਥੇ ਆਇਆ, ਤਾਂ ਮੈਨੂੰ ਜੋ ਇੱਥੇ ਪੰਜਾਬੀਆਂ ਦਾ, ਜੋ ਇੱਥੇ ਆ ਕੇ ਜਿਹੜੇ ਇੰਡੀਅਨ ਫਾਰਮਰਸ ਯੂਨੀਅਨ ਸੀ, ਕਿਸਾਨ ਜਥੇਬੰਦੀਆਂ ਸੀ, ਜੋ ਇੱਥੇ ਸਮਾਜ ਸੇਵੀ ਸੰਸਥਾਵਾਂ ਸੀ, ਉਹ ਸਾਰਿਆਂ ਤੋਂ, ਆਵਾਮ ਤੋਂ ਮੈਨੂੰ ਬਹੁਤ ਪਿਆਰ ਮਿਲਿਆ। ਮੈਂ ਉਹਨਾਂ ਲਈ ਬਹੁਤ ਉਹਨਾਂ ਦਾ ਰਿਣੀ ਆ, ਮਸ਼ਕੂਰ ਆ। ਉਹਨਾਂ ਨੇ ਜਿਸ ਤਰੀਕੇ ਨਾਲ ਪਿਆਰ, ਅਦਬ, ਸਤਿਕਾਰ ਬਖਸ਼ਿਆ, ਸਨਮਾਨ ਕੀਤਾ, ਅਤੇ ਉਹ ਸਾਰੀਆਂ ਚੀਜ਼ਾਂ ਨੂੰ ਮੈਂ ਆਪਣੇ ਹਿਰਦੇ ਦੇ ਵਿੱਚ ਲੈ ਕੇ, ਤਾਂ ਮੈਨੂੰ ਹੋਰ ਵੀ ਬਲ ਮਿਲਿਆ ਕਿ ਮੈਂ ਵਧੀਆ ਤਰੀਕੇ ਨਾਲ ਇਹਨਾਂ ਲਈ ਵੀ ਆਵਾਜ਼ ਬਣਾ, ਤਾਂ ਕਿ ਆਪਾਂ ਵਧੀਆ ਹੋਰ ਸੰਬੰਧ ਬਣਾਈਏ। ਪਰ ਇਹ ਵੀ ਇਸ ਗੱਲ ਤੋਂ ਵੀ ਮੈਂ ਭਲੀ ਭਾਂਤ ਜਾਣੂ ਸੀ ਕਿ ਜਦੋਂ ਮੈਂ ਆਇਆ, ਕੁਛ ਜਿਹੜੇ ਨਫ਼ਰਤ ਭਰੇ ਜਿਹੜੇ ਵਿਅਕਤੀ ਸੀ, ਉਹਨਾਂ ਨੇ ਪਿਛਲੀ ਦਫਾ ਵੀ ਇੱਥੇ ਆਪਣੇ ਬਿਆਨ ਦਿੱਤੇ ਵੀ ਇਹ ਵਿਅਕਤੀ ਆ, ਇਹਨੇ ਕਿਸਾਨ ਮੋਰਚੇ ਵੇਲੇ ਇੱਦਾਂ ਕਿਹਾ ਸੀ, ਇਹ ਐਂਟੀ ਨੈਸ਼ਨਲ ਆ, ਇਹਨੇ ਸਰਕਾਰ ਦੀ ਨੀਤੀ ਦੇ ਖਿਲਾਫ ਗੱਲ ਕੀਤੀ ਆ, ਇਹ ਵੱਖਵਾਦੀ ਇੱਦਾਂ ਆ। ਉਹ ਗਲਤ ਜਿਹੜੀਆਂ ਉਹਦੀ ਅਫਵਾਹਾਂ ਉੱਥੇ ਫੈਲਾਈ ਜਾਣੀਆਂ, ਕੁਛ ਨਾ ਕੁਛ ਕੂੜ ਪ੍ਰਚਾਰ ਸੋਸ਼ਲ ਮੀਡੀਆ 'ਤੇ ਵੀ ਕਰੀ ਜਾਣਾ, ਉਹ ਲਗਾਤਾਰ ਉਹਨਾਂ ਦਾ ਕੰਮ ਹੀ ਮਤਲਬ ਇਹੀ ਹੁੰਦਾ। ਇਹ ਮਸਲਾ ਮੈਂ ਬਕਾਇਦਾ ਪਾਰਲੀਮੈਂਟ ਦੇ ਵਿੱਚ ਵੀ ਉਠਾਇਆ ਸੀ ਵੀ ਜਿਹੜੀ 2 ਰੁਪਈਆਂ ਦੀ ਜਿਹੜੀ ਟਵਿੱਟਰ ਟਰੋਲ ਫੈਕਟਰੀ ਇੱਥੇ ਜਿਹੜੀ ਚੱਲ ਰਹੀ ਆ, ਕਈ ਵਿਅਕਤੀਆਂ ਵੱਲੋਂ ਫੇਕ ਜਿਹੜੇ ਨਕਲੀ ਅਕਾਊਂਟਸ ਬਣਾ ਕੇ ਅਤੇ ਸਾਡੇ ਵਰਗਿਆਂ ਨੂੰ ਉੱਥੇ ਨਿਸ਼ਾਨਾ ਬਣਾਇਆ ਜਾ ਰਿਹਾ, ਇਹ ਸਰਾਸਰ ਗਲਤ ਆ। ਅਤੇ ਇਹ ਕੰਮ ਇਹ ਮਾੜਾ, ਤਾਂ ਇਹ ਤੋਂ ਥੋੜ੍ਹਾ ਕੁ ਸੁਚੇਤ ਰਿਹੋ। ਅਤੇ ਉਸ ਦੇ ਬਾਵਜੂਦ ਵੀ ਜਦੋਂ ਉਹ ਮੈਨੂੰ ਲੱਗਦਾ ਉਹਨਾਂ ਦੀਆਂ ਕਾਰਵਾਈਆਂ ਕਰਕੇ ਹੀ
ਜੇ OCI ਜੇ ਸਸਪੈਂਡ ਹੋਇਆ, ਪਰ ਮੇਰੀ ਇੱਥੇ ਜੋ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਆ ਕਿ ਉਹ ਤੁਸੀਂ ਇਹ ਗਲਤ ਵਿਅਕਤੀਆਂ ਦੇ ਤੱਥਾਂ 'ਤੇ ਤੁਸੀਂ ਕੋਈ ਗਲਤ ਕਾਰਵਾਈ ਨਾ ਕਰੋ, ਜਿਹਦੇ ਨਾਲ ਨਾ ਸਿਰਫ ਇੱਕ ਵਿਅਕਤੀ ਨੂੰ ਤਾਂ ਉਹਦੇ ਪਰਿਵਾਰ ਨੂੰ ਠੇਸ ਪਹੁੰਚਦੀ ਆ, ਪਰ ਇਹਦੇ ਨਾਲ ਜੋ ਇੰਡੀਆ ਦਾ ਅਕਸ ਵੀ ਖਰਾਬ ਹੁੰਦਾ। ਕਿਉਂਕਿ ਜੇ ਹੁਣ ਸੋਸ਼ਲ ਮੀਡੀਆ 'ਤੇ ਤਾਂ ਇਹ ਗੱਲ ਆਮ ਹੀ ਬਣ ਗਈ ਸੀਗੀ ਵੀ ਦੇਖੋ, ਜੇ ਇਹ ਇੱਕ ਮੈਂਬਰ ਆਫ ਪਾਰਲੀਮੈਂਟ ਨਾ ਹੋ ਸਕਦਾ ਆ, ਜੋ ਪੰਜਾਬ ਦੇ ਵਿੱਚ ਇੰਨੀ ਤਾਲਮੇਲ ਆ, ਆਉਂਦੇ ਜਾਂਦੇ ਰਹਿੰਦੇ ਆ ਇੰਡੀਆ ਦੇ ਵਿੱਚ, ਇੱਥੇ ਸਮੇਂ-ਸਮੇਂ 'ਤੇ ਤਕਰੀਬਨ ਪਿਛਲੇ ਕਈ ਸਾਲਾਂ ਤੋਂ ਕੋਈ ਇੰਡੀਆ ਦੀ ਸਟੇਟ ਇੱਕ ਸ਼ਾਇਦ ਕੋਈ ਹੋਵੇ ਜਿੱਥੇ ਮੈਂ ਨਹੀਂ ਗਿਆ, ਤਕਰੀਬਨ ਸਾਰੇ ਪਾਸੇ ਘੁੰਮਣ ਫਿਰਨ ਦਾ ਬਹੁਤ ਮੌਕਾ ਮਿਲਿਆ ਆ। ਅਤੇ ਉਹ ਜੇ ਇਹੋ ਜਿਹੇ ਵਿਅਕਤੀ ਨਾਲ ਇੱਦਾਂ ਹੋ ਸਕਦਾ ਆ, ਅਤੇ ਅਸੀਂ ਕਿਹੜੇ ਬਾਗ ਦੀ ਮੂਲੀਆਂ ਪਈ, ਤਾਂ ਕਿਸੇ ਨਾਲ ਵੀ ਇੱਦਾਂ ਹੋ ਸਕਦਾ। ਇਹ ਵਧੀਕੀ ਨਹੀਂ ਹੋਣੀ ਚਾਹੀਦੀ। ਸੋ ਇਹ ਜਿਵੇਂ ਮੈਂ ਇਹ ਵੀ ਗੱਲ ਆਖੀ ਸੀ ਆਪਣੇ ਸੋਸ਼ਲ ਮੀਡੀਆ 'ਤੇ, ਮੈਨੂੰ ਲੱਗਦਾ ਆ ਕਿ ਮੈਨੂੰ ਇਹ ਉਹ ਕੀਮਤ ਅਦਾ ਕਰਨੀ ਪਈ ਜਿਹੜੇ ਮਨੁੱਖੀ ਅਧਿਕਾਰਾਂ ਦੇ ਲਈ, ਜੋ ਕਿਸਾਨਾਂ ਲਈ ਜਿਹੜੀ ਉਹ ਗੱਲਬਾਤ ਵੀ ਮੈਂ ਕੀਤੀ ਸੀਗੀ, ਉਹ ਐਨ ਗਰਜ ਕੇ ਉੱਥੇ ਪਾਰਲੀਮੈਂਟ ਦੇ ਵਿੱਚ ਖੜ੍ਹ ਕੇ ਵੀ, ਤਾਂ ਹੋਰ ਜਿਹੜੇ ਮਾਧਿਅਮ ਦੇ ਰਾਹੀਂ ਵੀ ਇਹ ਕਿਸੇ ਨਾਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ। ਪਰ ਇਸ ਚੀਜ਼ 'ਚੋਂ ਵੀ ਮੈਂ ਸਮਝਦਾ ਕਿ ਆਪਾਂ ਨੂੰ ਸਬਕ ਇਹ ਸਿੱਖਣਾ ਚਾਹੀਦਾ ਕਿ ਇੱਕ ਤਾਂ ਜਿਹੜੇ ਉਹ ਨਫ਼ਰਤ ਭਰੇ ਵਿਅਕਤੀ ਨੇ ਵੀ ਉਹ ਜੋ ਕਾਰਵਾਈ ਕਰਨਾ ਚਾਹੁੰਦੇ ਉਹ ਤੋਂ ਬਿਲਕੁਲ ਉਲਟ ਹੋਇਆ ਵੀ ਜੇ ਇਸ ਤਰੀਕੇ ਨਾਲ ਉਹ ਐਂਟੀ ਨੈਸ਼ਨਲ, ਸਾਡੇ ਵਰਗੇ ਨਹੀਂ, ਐਂਟੀ ਨੈਸ਼ਨਲ ਤਾਂ ਉਹ ਖੁਦ ਆਪ ਆ, ਕਿਉਂਕਿ ਉਹ ਦੇਸ਼ ਦਾ ਅਕਸ ਖਰਾਬ ਕਰ ਰਹੇ ਨੇ। ਇਸ ਦੇ ਨਾਲ ਜੋ ਸਾਡੇ ਵਰਗਿਆਂ ਦੀ ਇਹ ਜ਼ੋਰ ਲੱਗਿਆ ਪਿਆ ਵੀ ਆਪਾਂ ਕਿੱਦਾਂ ਨਾਤੇ ਹੋਰ ਮਜ਼ਬੂਤ ਕਰਨੇ ਆ, ਉੱਥੋਂ ਸੈਰ ਸਪਾਟਾ ਕਿੱਦਾਂ ਵਧੇ, ਉੱਥੇ ਜਿਹੜੇ NRIs ਨੇ, ਜਿਹੜੇ ਅਗਲੀ ਪੀੜ੍ਹੀ ਆ, ਬੱਚੇ ਆ, ਬਜ਼ੁਰਗ, ਉਹ ਇੱਧਰ ਨੂੰ ਆਉਣ, ਜੋ ਇਹੋ ਜਿਹੇ ਤਜਰਬੇ ਉਹਨਾਂ ਦੇ ਸਾਹਮਣੇ ਦੇਖਣ ਨੂੰ ਉਹਨਾਂ ਨੂੰ ਮਿਲੂਗੇ, ਜਾਂ ਉਹ ਮੀਡੀਆ ਦੇ ਰਾਹੀਂ ਜਾਂ ਹੋਰ ਮਾਧਿਅਮ ਜਦੋਂ ਉਹਨਾਂ ਨੂੰ ਪਤਾ ਲੱਗਦਾ ਇਸ ਚੀਜ਼ ਦਾ, ਤਾਂ ਇਹਦਾ ਮਾੜਾ ਅਸਰ ਪੈਂਦਾ। ਤਾਂ ਉਹ ਸਗੋਂ ਤੋਂ ਇੱਥੇ ਆਉਣ ਤੋਂ 50 ਵਾਰੀ ਸੋਚਦੇ ਆ ਵੀ ਅਸੀਂ ਜੇ ਜਾਊਂਗੇ ਤਾਂ ਸਾਡੇ ਨਾਲ ਵੀ ਕੁਝ ਇਹੋ ਜਿਹੀ ਵਧੀਕੀ ਨਾ ਹੋ ਜਾਵੇ। ਅੱਛਾ, ਜਦੋਂ ਤੁਹਾਡੇ ਨਾਲ ਪੁੱਛਗਿੱਛ ਕੀਤੀ ਗਈ ਸਾਰੀ, ਉਸ ਤੋਂ ਬਾਅਦ ਜਦੋਂ ਕੁਝ ਵੀ ਨਹੀਂ ਉਹਨਾਂ ਨੂੰ ਮਿਲਿਆ 2.5 ਘੰਟੇ ਤੋਂ ਬਾਅਦ, ਤੁਸੀਂ ਉਹਨਾਂ ਨੂੰ ਸਵਾਲ ਨਹੀਂ ਕੀਤਾ ਕਿ ਆਖਿਰ ਤੁਸੀਂ ਮੈਨੂੰ ਇੰਨੀ ਦੇਰ ਕਿਉਂ ਰੋਕ ਕੇ ਰੱਖਿਆ? ਦੇਖੋ ਜੀ, ਇਹ ਤਾਂ ਜਦੋਂ ਉਹਨਾਂ ਨੇ ਸਵਾਲ ਕੀਤੇ ਸੀ, ਫਿਰ ਕਾਫੀ ਸਮੇਂ ਤੋਂ ਮੈਂ ਫਿਰ ਇੱਕ ਪਾਸੇ ਵੀ ਬੈਠਾ ਰਿਹਾ, ਫਿਰ ਮੈਂ ਉਹਨਾਂ ਨੂੰ ਵੀ ਪੁੱਛਿਆ। ਮੈਂ ਕਿਹਾ ਦੇਖੋ, ਇਹ ਮੈਨੂੰ ਲੱਗਦਾ ਤੁਹਾਨੂੰ ਇਹ ਕੋਈ ਗਲਤੀ ਹੋ ਗਈ ਆ। ਇਹ ਮੈਂ ਬਤੌਰ ਮੈਂਬਰ ਆਫ ਪਾਰਲੀਮੈਂਟ ਵਜੋਂ ਵੀ, ਸ਼ੈਡੋ ਟਰਾਂਸਪੋਰਟ ਮੰਤਰੀ ਵੱਲੋਂ ਵੀ ਮੈਂ ਸੇਵਾ ਨਿਭਾ ਰਿਹਾ ਹਾਂ। ਇਹੀ ਤਾਂ ਇੱਥੇ ਜਿਹੜੇ ਅੰਮ੍ਰਿਤਸਰ ਏਅਰਪੋਰਟ 'ਚ ਇੱਥੇ ਦੀ ਤਰੱਕੀ ਲਈ ਵੀ ਹਮੇਸ਼ਾ ਤਤਪਰ ਰਹਿੰਦੇ ਆ। ਸੋ ਪਰ ਉਹ ਕਹਿੰਦੇ ਵੀ ਦੇਖੋ ਭਾਈ ਸਾਹਿਬ, ਵੀ ਇੱਕ ਦੋ ਵਿਅਕਤੀ ਉਹ ਪਹਿਲਾਂ ਹੀ ਜਾਣ ਪਛਾਣ ਉਹਨਾਂ ਨੂੰ ਸੀਗੀ, ਉਹ ਜਾਣਦੇ ਸੀਗੇ ਵੀ ਉਹ ਕਹਿੰਦੇ ਵੀ ਢੇਸੀ ਸਾਹਿਬ ਅਸੀਂ ਇਹ ਸਾਡੇ ਵਾਸਤੇ ਗੱਲ ਨਹੀਂ ਗਈ, ਵੀ ਸਾਡੇ ਹੱਥ 'ਚ ਨਿਗਾ, ਇਹ ਕਲੀਅਰੈਂਸ ਜਿਹੜੀ ਆ ਸਾਨੂੰ ਦਿੱਲੀ ਤੋਂ ਲੈਣੀ ਪੈਣੀ, ਕਰਕੇ ਜਦ ਤੱਕ ਉਹ ਥੋੜ੍ਹਾ ਕੁ ਸਮਾਂ ਲੱਗ ਸਕਦਾ ਆ, ਕਿਉਂਕਿ ਇੱਥੇ ਉਹ ਜਿਹੜਾ OCI ਜਦੋਂ ਸਸਪੈਂਡ ਕੀਤਾ ਹੁੰਦਾ ਆ। ਸੋ ਮੈਂ ਕਿਹਾ ਵੀ ਚਲੋ, ਵੀ ਮੈਂ ਕਿਹਾ ਚਲੋ ਜਿੱਦਾਂ ਤੁਸੀਂ ਖੁਸ਼ ਆ ਵੀ ਤੁਸੀਂ ਕਰੋ, ਵੀ ਹੁਣ ਮੈਂ ਤਾਂ ਹੋਰ ਕੁਝ ਕਰ ਨਹੀਂ ਸਕਦਾ, ਮੈਂ ਤਾਂ ਇੱਥੇ ਬੈਠ ਹੀ ਸਕਦਾ, ਹੋਰ ਕੀ ਕਰਨਾ। ਤੁਸੀਂ ਜਿਹੜੇ ਆਪਣੇ ਸਵਾਲ ਜਵਾਬ ਪੁੱਛਣੇ ਸੀਗੇ ਉਹ ਵੀ ਤੁਸੀਂ ਪੁੱਛ ਲਏ, ਮੈਂ ਉਹ ਵੀ ਤੁਹਾਨੂੰ ਦੱਸ ਦਿੱਤਾ ਆ, ਤਾਂ ਹੁਣ ਤਾਂ ਫਿਰ ਇੰਤਜ਼ਾਰ ਹੀ ਕਰ ਸਕਦੇ ਆਪਾਂ। ਪਰ ਨਹੀਂ, ਜਿੱਦਾਂ ਢੇਸੀ ਸਾਹਿਬ ਪਹਿਲਾਂ ਆਉਂਦੇ ਸੀਗੇ, ਕਿ ਹੁਣ ਜਿਵੇਂ ਤੁਹਾਡੇ ਨਾਲ ਹੋਇਆ, ਫਿਰ ਇੱਕ ਡਰ ਜਿਹਾ ਨਹੀਂ ਪੈਦਾ ਹੋ ਜਾਂਦਾ ਕਿ ਆਪਣੇ ਘਰ 'ਚ ਜਾਣ ਲੱਗੇ ਸਾਡੇ ਨਾਲ ਪਰਾਇਆ ਵਰਗਾ ਵੀ ਵਿਵਹਾਰ ਕਰਦੇ ਆ? ਇਹ ਦੇਖੋ, ਇਹ ਡਰ ਦੀ ਗੱਲ ਤਾਂ ਨਹੀਂ, ਪਰ ਇਹ ਦੁੱਖ ਜ਼ਰੂਰ ਹੁੰਦਾ ਆ ਵੀ ਇਹ ਕਿੱਦਾਂ ਹੋ ਗਿਆ ਵੀ ਜਿਸ ਇਲਾਕੇ ਦੀ, ਜਿਸ ਦੇਸ਼ ਦੀ, ਜਿਸ ਆਪਾਂ ਹਮੇਸ਼ਾ ਸ਼ੁਭ ਇੱਛਾਵਾਂ ਸਾਡੇ ਦਿਲ ਦੇ ਵਿੱਚ ਹੁੰਦੀਆਂ ਆ, ਵੀ ਜੇ ਇਹੋ ਜਿਹੀ ਜਿਹੜਾ ਜੇ ਕਹਿ ਲਓ ਖੱਜਲ ਖੁਆਰੀ ਹੋ ਸਕਦੀ ਹੈ ਤਾਂ ਕਿਸੇ ਨਾਲ ਵੀ ਹੋ ਸਕਦੀ। ਪਰ ਤਦੀ ਮੈਂ ਇੱਥੇ ਜਿਹੜਾ ਪ੍ਰਸ਼ਾਸਨ ਆ, ਜਿਹੜੀ ਅਫਸਰਸ਼ਾਹੀ, ਉਹਨਾਂ ਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਇਸ ਗੱਲ 'ਤੇ ਜ਼ਰੂਰ ਗੌਰ ਤਲਬ ਕਰੋ ਵੀ ਜੇ ਇਹ ਤੁਸੀਂ ਕਿਸੇ ਦਾ ਕੋਈ ਵੀਜ਼ਾ ਰੱਦ ਕਰਨ ਤੋਂ ਪਹਿਲਾਂ, ਕੋਈ OCI ਸਸਪੈਂਡ ਜਾਂ ਕੈਂਸਲ ਜਾਂ ਕੁਛ ਇੱਦਾਂ ਦੀ ਕਾਰਵਾਈ ਕਰਨ ਤੋਂ ਪਹਿਲਾਂ ਇਹ ਦੇਖਣਾ ਚਾਹੀਦਾ ਵੀ ਉਹ ਵਿਅਕਤੀ, ਉਹ ਜੇ ਉਸ ਵਧੀਆ ਤਰੀਕੇ ਨਾਲ, ਸ਼ਾਂਤਮਈ ਢੰਗ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ, ਜੋ ਜ਼ਿੰਮੇਵਾਰ ਤਰੀਕੇ ਨਾਲ ਆਪਣੀ ਸੇਵਾ ਨਿਭਾ ਰਿਹਾ ਆ, ਅਤੇ ਉਹ ਤੁਸੀਂ ਇਹ ਵੀ ਦੇਖੋ ਵੀ ਕਿਹੜੇ ਅਹੁਦੇ 'ਤੇ ਕਿਸ ਤਰੀਕੇ ਨਾਲ ਉਹ ਵਿਚ ਰਿਹਾ ਆ। ਇਹ ਸਭ ਚੀਜ਼ਾਂ ਤੁਹਾਨੂੰ ਮੁੱਖ ਰੱਖਦੇ ਹੋਏ ਫਿਰ ਕੋਈ ਫੈਸਲਾ ਲੈਣਾ ਚਾਹੀਦਾ ਆ, ਕਿਉਂਕਿ ਇੱਕ ਗਲਤ ਫੈਸਲੇ ਦੇ ਨਾਲ ਉਹਦੇ ਸਿੱਟੇ ਕਈ ਵਾਰੀ ਹੋਰ ਬਹੁਤ ਸਾਰੇ ਨਿਕਲ ਆਉਂਦੇ ਆ ਜੋ ਆਪਾਂ ਨਹੀਂ ਚਾਹੁੰਦੇ ਹੁੰਦੇ। ਸੋ ਇਹ ਤਦੀ ਬਹੁਤ ਜ਼ਰੂਰੀ ਹੁੰਦਾ ਕਿ ਇਹੋ ਜਿਹੀਆਂ ਕਾਰਵਾਈਆਂ ਤੋਂ, ਇਹ ਦੇਖੋ ਜਿਹੜੇ ਸ਼ਰਾਰਤੀ ਅਨਸਰ ਉਹਨਾਂ ਤਾਂ ਆਪਣਾ ਕੰਮ ਜਿਹੜਾ ਕਰਨਾ ਹੁੰਦਾ ਆ ਵੀ ਵੱਧ ਤੋਂ ਵੱਧ ਤੁਸੀਂ ਖਲਾਰਾ ਪਾਓ, ਵੰਡੀਆਂ ਪਾਓ, ਇੱਥੇ ਲੋਕਾਂ ਨੂੰ ਆਪਾਂ ਦੇਖਦੇ ਹਾਂ ਉਹ ਅਲੱਗ-ਅਲੱਗ ਦੁਨੀਆ ਦੇ ਹਿੱਸਿਆਂ ਦੇ ਵਿੱਚ ਕਈ ਲੋਕਾਂ ਨੂੰ
ਕਈ ਇਹੋ ਜਿਹੇ ਅਨਸਰ ਵੀ ਹੁੰਦੇ ਨੇ ਵੀ ਧਰਮ ਦੇ ਨਾਂ 'ਤੇ, ਜਾਤ ਪਾਤ ਦੇ ਨਾਂ 'ਤੇ ਲੋਕਾਂ ਨੂੰ ਬਸ ਵੰਡੀਆਂ ਪਾਈ ਜੋ ਆਪਸ ਭਿੜੀ ਜਾਣ। ਕਈ ਜਿਹੜੇ ਸਾਡੇ ਵਰਗੇ ਉਹਨਾਂ ਦਾ ਇਹ ਹੁੰਦਾ ਵੀ ਮਨੁੱਖੀ ਅਧਿਕਾਰ ਜਿਹੜੇ ਬਹੁਤ ਜ਼ਰੂਰੀ ਆ, ਘੱਟ ਗਿਣਤੀਆਂ ਲਈ ਖੜਨਾ, ਜੋ ਮਜ਼ਲੂਮਾਂ ਲਈ ਖੜਨਾ, ਜਦੋਂ ਕੋਈ ਔਰਤਾਂ 'ਤੇ ਵਧੀਕੀਆਂ ਹੁੰਦੀਆਂ ਉਹਦੇ ਲਈ ਤੁਸੀਂ ਆਵਾਜ਼ ਬੁਲੰਦ ਕਰਨੀ ਆ। ਜੇ ਕਿਸੇ ਵੀ ਦੇਸ਼ 'ਚ ਕੁਛ ਗਲਤ ਹੁੰਦਾ ਆ ਉਹਦੇ ਲਈ ਆਪਣਾ ਸਾਰਿਆਂ ਦਾ ਫਰਜ਼ ਬਣਦਾ। ਦੇਖੋ ਇੱਕ ਸਿੱਖ ਹੋਣ ਦੇ ਨਾਤੇ ਜੋ ਮੈਂ ਗੁਰੂ ਸਾਹਿਬ ਤੋਂ ਇਹ ਜੋ ਸਾਨੂੰ ਜੋ ਜਿਹੜਾ ਚੀਜ਼ਾਂ ਗੁੜਤੀ 'ਚੋਂ ਮਿਲੀਆਂ ਆ ਉਹ ਇਹ ਆ ਵੀ ਜੇ ਜਿਹੜੇ ਹਿੰਦ ਦੀ ਚਾਦਰ, ਜੋ ਸ਼ਹੀਦਾਂ ਦੇ ਸਰਤਾਜ, ਜੇ ਉਹ ਆਪਣੀ ਜਾਨ ਤੱਕ ਦੇ ਸਕਦੇ ਨੇ ਹੋਰ ਲੋਕਾਂ ਦੇ ਹੱਕਾਂ ਲਈ ਖੜਨ ਲਈ, ਤਾਂ ਇਹ ਲਾਹਨਤ ਆ ਸਾਡੇ 'ਤੇ ਜੇ ਅਸੀਂ ਇਹ ਆਵਾਜ਼ ਵੀ ਨਹੀਂ ਬੁਲੰਦ ਕਰ ਸਕਦੇ। ਮਨੁੱਖੀ ਅਧਿਕਾਰ ਜਿੱਥੇ ਤੱਕ ਜਿਹੜੇ ਆ ਵਿਅਕਤੀ ਜਿਹੜੇ ਆ ਇਹ ਕੂੜ ਪ੍ਰਚਾਰ ਜਿਹੜੇ ਕਰਦੇ ਆ ਜੀ, ਐਂਟੀ ਨੈਸ਼ਨਲ ਆ, ਕੋਈ ਕਿਸਾਨਾਂ ਦੇ ਬਾਰੇ ਅੱਧਾ ਇੰਡੀਆ ਕਿਸਾਨਾਂ ਦੇ ਨਾਲ ਗੱਲ ਕਰ ਰਿਹਾ ਸੀ, ਇਹ ਸਾਰੇ ਇੰਡੀਆ ਇੰਟਰਨੈਸ਼ਨਲ ਹੋ ਗਏ। ਹੁਣ ਇੱਥੇ ਜਿਹੜੇ ਹੁਣ ਇੱਕ ਤੁਸੀਂ ਸਿਆਸਤਦਾਨ 'ਤੇ ਗੱਲ ਕਰਦੇ ਆ, ਇੱਥੇ ਇੰਨੇ ਸਿਆਸਤਦਾਨ ਸੀਗੇ ਜਿਹੜੇ ਕੋਈ ਕੁਛ ਕਹਿੰਦਾ, ਕੋਈ ਹਰ ਸਮੇਂ ਆਪਣੀ ਸਰਕਾਰ ਨੂੰ ਕੋਈ ਭਲਾ ਕਹਿੰਦਾ, ਕੋਈ ਮਾੜਾ ਕਹਿੰਦਾ, ਉਹ ਵੀ ਹੁਣ ਸਾਰੇ ਐਂਟੀ ਨੈਸ਼ਨਲ। ਹੁਣ ਕਿੰਨੇ ਕੁ ਲੋਕਾਂ ਨੂੰ ਤੁਸੀਂ ਬਾਹਰ ਕਰੀ ਜਾਓਗੇ ਜਾਂ ਕਿੰਨੇ ਕੁ ਦੇ ਤੁਸੀਂ ਬਾਹਰੋਂ ਵੀਜ਼ੇ ਰੱਦ ਕਰੀ ਜਾਓਗੇ। ਉਹ ਇਹੋ ਜਿਹੀ ਕਾਰਵਾਈ ਨਹੀਂ ਹੋਣੀ ਚਾਹੀਦੀ, ਕਿਉਂਕਿ ਜਿਹੜਾ ਦੇਖੋ ਸਾਡੇ ਵਰਗੇ ਜਿਹੜੇ ਮਨੁੱਖੀ ਅਧਿਕਾਰ 'ਤੇ ਖੜੇ ਹੁੰਦੇ ਆ ਉਹ ਸਿਰਫ ਜੇ ਕੁਛ ਇੰਡੀਆ 'ਚ ਹੁੰਦਾ ਉਹ ਸਿਰਫ ਉਦੋਂ ਹੀ ਨਹੀਂ ਬੋਲਦੇ, ਉਹਨਾਂ ਦਾ ਹੁੰਦਾ ਵੀ ਲੈ ਲਓ ਜੀ ਇਹ ਸਿਰਫ ਇੰਡੀਆ ਦੇ ਬਾਰੇ। ਉਹ ਯੂਕੇ ਦੀ ਜਿਹੜੀ ਪਾਰਲੀਮੈਂਟ ਹੈ ਇੱਕ ਇਹੋ ਜਿਹੀ ਪਾਰਲੀਮੈਂਟ, ਕਿਉਂਕਿ ਮੈਨੂੰ ਕਿਉਂ ਉੱਥੇ ਫਖਰ ਦਾ ਮਾਣ ਮਹਿਸੂਸ ਹੁੰਦਾ ਆ, ਉਹ ਇਹ ਆ ਵੀ ਦੁਨੀਆ ਭਰ ਦੇ ਜਿਹੜੇ ਮਸਲੇ ਹੁੰਦੇ ਆ ਉਹਨਾਂ ਦੇ ਬਾਰੇ ਅਸੀਂ ਗੰਭੀਰਤਾ ਦੇ ਨਾਲ ਵਿਚਾਰ ਵਟਾਂਦਰਾ ਹੁੰਦਾ ਆ। ਉਹਨਾਂ ਦੇ ਅਲੱਗ-ਅਲੱਗ ਜਿਹੜੇ ਡੈਲੀਗੇਸ਼ਨਸ ਉੱਥੇ ਯੂਕੇ ਪਾਰਲੀਮੈਂਟ ਦੇ ਵਿੱਚ ਆਉਂਦੇ ਨੇ, ਅਸੀਂ ਉਹਨਾਂ ਦੇ ਬਾਰੇ ਗੱਲਬਾਤ ਵੀ ਕਰਦੇ ਹਾਂ। ਉਹਨਾਂ ਨੂੰ ਜਿੱਥੇ ਸਾਨੂੰ ਲੱਗਦਾ ਆ ਵੀ ਇਹ ਸਹੀ ਨਹੀਂ ਕੰਮ ਹੋ ਰਿਹਾ ਉਹ ਵੀ ਅਸੀਂ ਉਹ ਵਿਚਾਰ ਉਹਨਾਂ ਨੂੰ ਪੇਸ਼ ਕਰਦੇ ਹਾਂ। ਬਾਕੀ ਦੇਖੋ ਹਰ ਇੱਕ ਦੀ ਆਪੋ ਆਪਣੀ ਮਰਜ਼ੀ ਆ, ਪਰ ਜਿਹੜੇ ਐਂਟੀ ਨੈਸ਼ਨਲ ਇਹ ਗੱਲਾਂ ਆਖ ਰਹੇ ਨੇ ਐਂਟੀ ਨੈਸ਼ਨਲ ਜੀ, ਉਹ ਦੇਖੋ ਰਜਿੰਦਰ ਕੌਰ ਜੀ, ਜਦੋਂ ਮੈਂ ਪਾਕਿਸਤਾਨ ਦੇ ਬਾਰੇ ਉੱਥੇ ਗੱਲ ਕਰਦਾ ਵੀ ਜਦੋਂ ਕੋਈ ਉੱਥੇ ਕੋਈ ਵਧੀਕੀ ਹੁੰਦੀ ਆ, ਜੇ ਉੱਥੇ ਹਿੰਦੂ ਭਾਈਚਾਰੇ ਨਾਲ ਕੋਈ ਕੁਛ ਗਲਤ ਕੰਮ ਹੁੰਦਾ ਜਾਂ ਉੱਥੇ ਸਿੱਖ ਭਾਈਚਾਰੇ ਨਾਲ ਹੁੰਦਾ ਆ ਜਾਂ ਈਸਾਈ ਭਾਈਚਾਰੇ ਜਾਂ ਉੱਥੇ ਅਹਿਮਦੀਆ ਮੁਸਲਿਮ ਭਾਈਚਾਰੇ ਦੇ ਜਦੋਂ ਅਸੀਂ ਰਿਪੋਰਟ ਵੀ ਪੇਸ਼ ਕੀਤੀ, ਉਹ ਸਾਰੀਆਂ ਚੀਜ਼ਾਂ ਕਈ ਬੰਦੇ ਕਹਿੰਦੇ ਬਹੁਤ ਵਧੀਆ ਜੀ, ਸ਼ਾਬਾਸ਼ ਤਨਮਨਜੀਤ ਸਿੰਘ ਜੀ, ਬਹੁਤ ਵਧੀਆ ਤੁਸੀਂ ਕੰਮ ਇੱਦਾਂ ਦੇ ਕਰੀ ਜਾਓ, ਮਨੁੱਖੀ ਅਧਿਕਾਰਾਂ ਲਈ ਖੜੇ ਹੋ। ਕੁਛ ਜਿਹੜੇ ਵਿਅਕਤੀ ਆ ਉਹ ਕਹਿੰਦੇ ਲੈ ਲਓ ਜੀ ਇਹ ਤਾਂ ਐਂਟੀ ਪਾਕਿਸਤਾਨੀ ਆ, ਇਹ ਤਾਂ ਐਂਟੀ ਨੈਸ਼ਨਲ ਆ, ਇੱਕ ਇਹ ਕਰਕੇ ਇੰਡੀਅਨ ਪਿਛੋਕੜ ਦਾ ਤਾਂ ਇੱਦਾਂ ਦੀ ਗੱਲ ਕਰ ਰਿਹਾ ਆ, ਇਹ ਤਾਂ ਉਹਨਾਂ ਦੇ ਕਹੇ 'ਤੇ ਗੱਲ ਹੋ ਰਹੀ ਆ, ਇਹ ਸਾਜ਼ਿਸ਼ ਆ ਸਾਡੇ ਦੇਸ਼ ਦੇ ਮੁਤਾਬਕ। ਕੋਈ ਹਾਲਾਂਕਿ ਕੋਈ ਸਾਜ਼ਿਸ਼ ਨਹੀਂ ਹੁੰਦੀ, ਅਸੀਂ ਸਿਰਫ ਜੋ ਸਾਨੂੰ ਦਿਸਦਾ ਆ ਉਹਦੇ ਮੁਤਾਬਕ ਅਸੀਂ ਆਪਣਾ ਬਿਆਨ ਦਰਜ ਕਰਦੇ ਹਾਂ ਅਤੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਉੱਥੇ ਦੇ ਨੂੰ ਵੀ ਤੁਸੀਂ ਆਹ ਕੰਮ ਗਲਤ ਹੋਇਆ ਆ। ਜਦੋਂ ਉੱਥੇ ਬੰਗਲਾਦੇਸ਼ ਦੇ ਵਿੱਚ ਹਿੰਦੂ ਭਾਈਚਾਰੇ ਦੇ ਜਿਹੜੇ ਉੱਥੇ ਖਿਲਾਫ ਜਦੋਂ ਉੱਥੇ ਹਮਲਾ ਹੋਇਆ, ਸਾਡੇ ਵਰਗੇ ਸੀਗੇ ਉੱਥੇ ਜਿਹੜੇ ਉਹਨਾਂ ਨੂੰ ਕਿਹਾ ਆਹ ਗਲਤ ਕੰਮ ਹੋ ਰਿਹਾ ਆ, ਉੱਥੇ ਕਿਸੇ ਦੇ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ। ਜ਼ਿਆਦਾ ਦੂਰ ਆਪਾਂ ਨੂੰ ਹੋਰ ਜਾਣ ਦੀ ਵੀ ਨਹੀਂ ਲੋੜ। ਇੱਥੇ ਸ੍ਰੀਲੰਕਾ ਤੁਹਾਡੇ ਦੱਖਣ ਪਾਸੇ 'ਚ ਜਿਹੜਾ ਦੇਸ਼ ਆ, ਉੱਥੇ ਜਦੋਂ ਉੱਥੇ ਦੇ ਹਿੰਦੂ ਭਾਈਚਾਰੇ ਦੇ ਨਾਲ ਵਧੀਕੀ ਹੋਈ ਜਾਂ ਉੱਥੇ ਜਿਹੜਾ ਈਸਾਈ ਭਾਈਚਾਰਾ ਸੀਗਾ, ਉੱਥੇ ਮੁਸਲਿਮ ਭਾਈਚਾਰਾ, ਉਹਨਾਂ ਨੂੰ ਆਪਣੇ ਜਿਹੜੇ ਅਜ਼ੀਜ਼ ਸੀ ਕੋਵਿਡ ਦੇ ਦੌਰਾਨ ਉਹਨਾਂ ਨੂੰ ਦਫਨਾਉਣ ਦੀ ਵੀ ਨਹੀਂ ਇਜਾਜ਼ਤ ਦਿੱਤੀ ਗਈ ਸੀਗੀ। ਤਾਂ ਇਹ ਬੰਦਾ ਇਹ ਨਾਚੀਜ਼ ਹੀ ਸੀ ਜਿਹੜਾ ਪੰਜਾਬੀ ਪਿਛੋਕੜ ਵਾਲਾ, ਜਿਹੜਾ ਉੱਥੇ ਖੜ ਕੇ ਉੱਥੇ ਉਹਨਾਂ ਨੂੰ ਵੀ ਆੜੇ ਹੱਥੇ ਲਿਆ ਸੀਗਾ ਵੀ ਇਹ ਸ੍ਰੀਲੰਕਾ ਦੀ ਸਰਕਾਰ ਇਹ ਗਲਤ ਕੰਮ ਹੋ ਰਿਹਾ ਆ ਅਤੇ ਤੁਸੀਂ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਕਰੋ। ਹੋਰ ਮੈਂ ਤੁਹਾਨੂੰ ਉਦਾਹਰਨ ਇੱਦਾਂ ਦੇ ਕਈ ਅਨੇਕਾਂ ਦੇ ਸਕਦਾ। ਤੁਹਾਡੇ ਪੂਰਬੀ ਪਾਸੇ ਜਿਹੜਾ ਦੇਸ਼ ਆ ਮਿਆਂਮਾਰ ਆ, ਮਿਆਂਮਾਰ ਵਾਲਿਆਂ ਨੇ ਜਦੋਂ ਉੱਥੇ ਰੋਹਿੰਗਾ ਮੁਸਲਮਾਨਾਂ ਦੇ ਨਾਲ ਇੰਨੀ ਬਦਸਲੂਕੀ ਕੀਤੀ, ਇੰਨੀ ਬੇਰਹਿਮੀ ਦੇ ਨਾਲ ਕਈਆਂ ਦੇ ਕਤਲ ਹੋਏ, ਲੱਖਾਂ ਦੇ ਹਿਸਾਬ ਨਾਲ ਉਹਨਾਂ ਨੂੰ ਦੇਸ਼ 'ਚੋਂ ਕੱਢਿਆ ਗਿਆ, ਮਜਬੂਰ ਕੀਤਾ ਗਿਆ। ਤਾਂ ਮੈਂ ਇਹ ਨਹੀਂ ਦੇਖਿਆ ਵੀ ਕੌਣ ਮੁਸਲਿਮ ਆ, ਕੌਣ ਕੀ ਈਸਾਈ ਆ, ਕੌਣ ਹਿੰਦੂ, ਕੋਈ ਸਿੱਖ ਆ। ਇਹ ਸਾਡਾ ਫਰਜ਼ ਬਣਦਾ ਸਰਬੱਤ ਦੇ ਭਲੇ ਦੀ ਗੱਲ ਕਰਨੀ। ਤਾਂ ਉਹਨਾਂ ਨੂੰ ਵੀ ਮੈਂ ਆੜੇ ਹੱਥੇ ਲਿਆ। ਇਹ ਤਾਂ ਹੁਣ ਕੋਈ ਕਹਿ ਸਕਦਾ ਲੈ ਲਓ ਜੀ ਵੀ ਇਹ ਤਾਂ ਐਂਟੀ ਨੈਸ਼ਨਲ ਆ, ਮਿਆਂਮਾਰ, ਇਹ ਮਿਆਂਮਾਰ ਵਿਰੋਧੀ ਆ। ਅਸੀਂ ਕਿਸੇ ਦੇਸ਼ ਦੇ ਵਿਰੋਧੀ ਨਹੀਂ ਗਏ, ਪਰ ਅਸੀਂ ਮਨੁੱਖੀ ਅਧਿਕਾਰਾਂ ਦੇ ਹੱਕ ਦੇ ਵਿੱਚ ਗੱਲ ਕਰਨਾ ਇਹ ਸਾਡਾ ਸਾਰਿਆਂ ਦਾ ਇੱਕ ਅੱਛੇ ਨਾਗਰਿਕ ਹੋਣ ਦੇ ਨਾਤੇ ਇਹ ਫਰਜ਼ ਵੀ ਬਣਦਾ ਆ ਵੀ ਕਿਸੇ ਦੇ ਖਿਲਾਫ ਕੋਈ ਵਿਤਕਰਾ ਨਾ ਹੋਵੇ। ਤਾਂ ਦੇਖੋ ਐਸੀ ਤਾਂ ਜਿਹੜੀ ਆਪਣੀ ਸਰਕਾਰ ਆ, ਯੂਕੇ ਦੀ ਸਰਕਾਰ ਨੂੰ ਵੀ, ਚਾਹੇ ਉਹ ਹਾਕਮ ਧਿਰ ਦੇ ਜਿਹੜੇ MP ਹੁੰਦੇ ਨੇ ਉੱਥੇ ਕੰਜ਼ਰਵੇਟਿਵ ਪਾਰਟੀ ਦੇ, ਚਾਹੇ ਸਾਡੇ ਜਿਹੜੇ ਵਿਰੋਧੀ ਧਿਰ ਦੇ ਸਾਡੇ ਲੇਬਰ ਪਾਰਟੀ ਦੇ ਹੁੰਦੇ ਨੇ ਜਾਂ ਹੋਰ, ਐਸੀ ਤਾਂ 2 ਸਕਿੰਟ ਲਈ ਆਉਂਦੇ ਆਪਣੀ ਯੂਕੇ ਦੀ ਸਰਕਾਰ ਨੂੰ ਆੜੇ ਹੱਥੇ ਲੈਣ ਦੇ ਵੀ ਆਹ ਗਲਤ ਕੰਮ ਹੋ ਰਿਹਾ ਆ, ਇਹ ਜੋ ਸਹੀ ਆ ਵਾਜਿਬ ਆ ਉਹ ਹੋਣਾ ਚਾਹੀਦਾ ਆ। ਇਹਦਾ ਮਤਲਬ ਵੀ ਅਸੀਂ ਐਂਟੀ ਯੂਕੇ ਜਾਂ ਐਂਟੀ ਨੈਸ਼ਨਲ ਨਹੀਂ ਹੋ ਗਏ। ਸੋ ਇਹ ਮੈਂ ਤੁਹਾਡੇ ਜਿਹੜੇ ਦਰਸ਼ਕ ਵੀ ਨੇ ਦੈਨਿਕ ਸਵੇਰਾ ਵਾਲਿਆਂ ਨੂੰ, ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਹਾਂ ਵੀ ਇਹ ਜਿਹੜਾ ਲਫ਼ਜ਼ ਕਈ ਵਾਰੀ ਕਈ ਵਿਅਕਤੀ ਐਂਟੀ ਨੈਸ਼ਨਲ, ਐਂਟੀ ਇੰਡੀਆ, ਇਹ ਉਹਦੀ ਬਿਨਾਂ ਮਤਲਬ ਤੋਂ ਬਿਨਾਂ ਸੋਚ ਕੇ ਇੱਧਰ ਉੱਧਰ ਵਰਤੀ ਜਾਂਦੇ ਆ। ਇਹਨਾਂ ਤੋਂ ਤੁਸੀਂ ਸੁਚੇਤ ਰਹੋ। ਕੋਈ ਚਾਹੇ ਉਹ ਪੰਜਾਬ ਸਰਕਾਰ ਆ, ਚਾਹੇ ਕੋਈ ਹਰਿਆਣੇ ਦੀ ਸਰਕਾਰ ਆ, ਚਾਹੇ ਕੋਈ ਇੰਡੀਆ ਦੀ ਸਰਕਾਰ ਆ, ਕੋਈ ਵੀ ਹੈ, ਜੇ ਕੋਈ ਸਰਕਾਰ ਦੀ
ਕੋਈ ਇੱਕ ਤੁਹਾਨੂੰ ਨੀਤੀ ਚੰਗੀ ਨਹੀਂ ਲੱਗਦੀ ਜਾਂ ਤੁਸੀਂ ਉਹ 'ਤੇ ਕੋਈ ਟਿੱਪਣੀ ਕਰਦੇ ਆ, ਇਹ ਤੁਸੀਂ ਕੋਈ ਐਂਟੀ ਪੰਜਾਬ ਜਾਂ ਐਂਟੀ ਇੰਡੀਆ ਨਹੀਂ ਹੋ ਜਾਂਦੇ। ਉਹ ਸਰਕਾਰਾਂ ਆਉਂਦੀਆਂ ਰਹਿੰਦੀਆਂ, ਸਰਕਾਰਾਂ ਜਾਂਦੀਆਂ ਰਹਿੰਦੀਆਂ ਆ, ਯੂਕੇ 'ਚ ਵੀ ਬਦਲਦੇ ਰਹਿੰਦੇ ਆ, ਹੋਰ ਦੇਸ਼ਾਂ 'ਚ ਵੀ ਬਦਲਦੀਆਂ ਰਹਿੰਦੀਆਂ, ਪਰ ਆਪਾਂ ਹਮੇਸ਼ਾ ਜੋ ਸਹੀ ਆ, ਜੋ ਵਾਜਿਬ ਆ, ਉਹ ਕਹਿਣਾ ਆਪਣਾ ਫਰਜ਼ ਬਣਦਾ ਆ। ਤਾਂ ਆਪਾਂ ਇਹਨਾਂ ਤੋਂ ਜੇ ਹੁਣ ਮੈਨੂੰ ਵੀ ਇਹੋ ਜਿਹੇ ਜੋ ਖੱਜਲ ਖੁਆਰੀ 'ਚੋਂ ਨਿਕਲਣਾ ਪਿਆ, ਇਹਦਾ ਮਤਲਬ ਇਹ ਨਹੀਂਗਾ ਵੀ ਮੈਂ ਸਾਰੇ ਦੇਸ਼ ਨੂੰ ਜਾਂ ਉੱਥੇ ਅੰਮ੍ਰਿਤਸਰ ਵਾਲਿਆਂ ਨੂੰ ਜਾਂ ਪੰਜਾਬ ਵਾਲਿਆਂ ਨੂੰ ਮੈਂ ਉਹਦੇ ਲਈ ਕਹੂੰਗਾ ਵੀ ਇਹ ਮਾੜੇ ਆ ਤਾਂ ਇੱਦਾਂ ਨਹੀਂ ਆ। ਇਹ ਕੰਮ ਨਹੀਂਗਾ ਸਾਡਾ। ਕੰਮ ਇਹ ਆ ਵੀ ਉਸ ਮਾੜੇ ਜਿਹੜੇ ਤਜਰਬੇ 'ਚੋਂ ਆਪਾਂ ਨਿਕਲ ਕੇ ਕੁਛ ਵਧੀਆ ਉਹ 'ਚੋਂ ਹੋਵੇ, ਤਾਂ ਆਪਾਂ ਆਪਣੇ ਜਿਹੜਾ ਉਹ ਤੌਰ ਤਰੀਕੇ ਉਹਨਾਂ 'ਚ ਤਬਦੀਲੀ ਲਿਆ ਕੇ ਤਾਂ ਕਿ ਲੋਕਾਂ ਨੂੰ ਕਹੀਏ ਵੀ ਤੁਸੀਂ ਆਓ। ਇਹ ਚਲੋ ਜਿਹੜੀ ਥੋੜ੍ਹੀ ਬਹੁਤੀ ਇੱਦਾਂ ਕਈ ਵਾਰੀ ਗਲਤੀ ਹੋ ਜਾਂਦੀ ਪਈ, ਆਪਾਂ ਉਸ ਤੋਂ ਅਗਾਂਹ ਵੱਧ ਕੇ ਆਪਾਂ ਵਧੀਆ ਤਰੀਕੇ ਨਾਲ ਅਸੀਂ ਚਾਹੁੰਦੇ ਹਾਂ ਵੀ ਲੋਕੀ ਆਉਣ ਜਾਣ, ਸੈਰ ਸਪਾਟਾ ਹੋਵੇ, ਤਾਂ ਕਿਸੇ ਨਾਲ ਵੀ ਕੁਛ ਬਦਸਲੂਕੀ ਨਾ ਹੋਵੇ। ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਸਾਂਝੀ ਕਰਨ ਦੇ ਲਈ। ਸੋ ਇਹ ਸੀ ਤਨਮਨਜੀਤ ਸਿੰਘ ਢੇਸੀ, ਜਿਨ੍ਹਾਂ ਨੇ ਕਿ ਜੋ ਵੀ ਇਹ ਮਸਲਾ ਹੋਇਆ ਉਹ 'ਤੇ ਬੜੀ ਹੀ ਖੂਬਸੂਰਤੀ ਦੇ ਨਾਲ ਆਪਣਾ ਬਿਆਨ ਦਿੱਤਾ ਹੈ। ਕਿਸੇ ਵੀ ਤਰ੍ਹਾਂ ਦੀ ਜੇਕਰ ਕੋਈ ਭੜਕਾਊ ਬਿਆਨ ਆਉਂਦਾ ਹੈ ਜਾਂ ਅਜਿਹੀ ਚੀਜ਼ਾਂ ਉਹਨਾਂ ਤੋਂ ਗੁਰੇਜ਼ ਕਰਨ ਨੂੰ ਕਿਹਾ ਹੈ, ਤਾਂ ਉਹਨਾਂ ਨੇ ਕਿਹਾ ਕਿ ਮੈਂ ਹਮੇਸ਼ਾ ਹੀ ਹਰ ਕਿਸੇ ਦੇ ਲਈ ਜਿਹੜੀ ਆਵਾਜ਼ ਆ, ਮਾਈਨੋਰਿਟੀ ਦੀ ਆਵਾਜ਼ ਹੋਵੇ ਤਾਂ ਭਲਾ ਜਿੱਥੇ ਕੁਝ ਗਲਤ ਹੁੰਦਾ ਹੋਵੇ ਉਸ ਦੀ ਆਵਾਜ਼ ਜ਼ਰੂਰ ਚੁੱਕਦਾ ਰਵਾਂਗਾ। ਕੈਮਰਾਮੈਨ ਜਤਿਨ ਦੇ ਨਾਲ ਰਜਿੰਦਰ ਕੌਰ, ਦੈਨਿਕ ਸਵੇਰਾ, ਜਲੰਧਰ।